ਜਿਹੜਾ ਅੱਜ ਦਾ ਟੌਪਿਕ ਆਪਣਾ ਹੈਗਾ ਬੇਟੇ ਉਹ ਹੈਗਾ ਵਾਟ ਇਜ਼ ਐਰਰ। ਵਾਟ ਇਜ਼ ਐਰਰ। ਐਰਰ ਕੀ ਹੁੰਦਾ ਬੇਟੇ ਆਪਣੇ ਕੋਲੇ? ਹਾਂਜੀ ਬੇਟੇ, ਵਾਟ ਇਜ਼ ਐਰਰ। ਇਹ ਆਪਾਂ ਸੁਧਾਰਨ ਸ਼ਬਦਾਂ ਵਿੱਚ ਲਿਖੀਏ ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਡੇਵੀਏਸ਼ਨ ਆਫ ਦੀ ਰਿਜ਼ਲਟ ਫਰੋਮ ਦੀ ਐਕਚੁਅਲ ਵੈਲਿਊ। ਜਿਹੜੀ ਐਕਚੁਅਲ ਵੈਲਿਊ ਆਉਣੀ ਚਾਹੀਦੀ ਸੀ ਉਹ ਆਪਣੇ ਕੋਲੇ ਨਾ ਆ ਕੇ ਵੈਲਿਊ ਆਪਣੇ ਕੋਲ ਕੀ ਆਈ ਹੈ, ਉਸ ਤੋਂ ਵੱਧ ਆਈ ਹੈ ਜਾਂ ਉਸ ਤੋਂ ਘੱਟ ਆਈ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਐਕਚੁਅਲ ਐਰਰ। ਠੀਕ ਹੈ ਜੀ। ਜਿਹੜੀ ਐਕਚੁਅਲ ਵੈਲਿਊ ਹੈ ਉਹਨੂੰ ਅਸੀਂ ਟਰੂ ਵੈਲਿਊ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਤੇ ਜਿਹੜੀ ਅਸੀਂ ਕੈਲਕੂਲੇਸ਼ਨ ਦੇ ਵਿੱਚ ਵੈਲਿਊ ਕੈਲਕੂਲੇਟ ਕਰਦੇ ਹਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਬੇਟੇ ਐਕਸਪੈਰੀਮੈਂਟਲ ਵੈਲਿਊ, ਜਾਂ ਕਹਿ ਦਿੰਦੇ ਹਾਂ ਅਬਜ਼ਰਵਡ ਵੈਲਿਊ। ਕਲੀਅਰ ਹੋਇਆ ਬੇਟੇ? ਐਕਸਪੈਰੀਮੈਂਟਲ ਵੈਲਿਊ ਜਾਂ ਅਬਜ਼ਰਵਡ ਵੈਲਿਊ ਉਹ ਵਾਲੀ ਹੈ ਜਿਹੜੀ ਅਸੀਂ ਕੈਲਕੂਲੇਟ ਕੀਤੀ। ਠੀਕ ਹੈ ਜੀ। ਤੇ ਟਰੂ ਵੈਲਿਊ ਕੀ ਹੈ? ਜਿਹੜੀ ਅਸਲ ਦੇ ਵਿੱਚ ਵੈਲਿਊ ਆਉਣੀ ਚਾਹੀਦੀ ਸੀ। ਠੀਕ ਹੈ ਜੀ। ਟਰੂ ਵੈਲਿਊ ਕਈ ਵਾਰੀ ਅਸੀਂ ਕੀ ਕਰਦੇ ਹਾਂ ਐਵਰੇਜ ਵੈਲਿਊ ਵੀ ਲੈ ਲੈਂਦੇ ਹਾਂ, ਉਹਨੂੰ ਅਸੀਂ ਟਰੂ ਵੈਲਿਊ ਮੰਨ ਲੈਂਦੇ ਹਾਂ। ਠੀਕ ਹੈ। ਲੋ ਫਿਰ ਆਪਾਂ ਐਰਰ ਦੀ ਡੈਫੀਨੇਸ਼ਨ ਵੇਖੀਏ। ਵਾਟ ਇਜ਼ ਐਰਰ? ਮੈਥਮੈਟੀਕਲ ਡੈਫੀਨੇਸ਼ਨ ਆਪਾਂ ਵੇਖੀਏ। ਇਹ ਆਪਣੇ ਕੋਲ ਕੀ ਆ ਗਈ? ਟਰੂ ਵੈਲਿਊ ਮਾਈਨਸ ਅਬਜ਼ਰਵਡ ਵੈਲਿਊ। ਠੀਕ ਹੈ ਜੀ। ਜਿਹੜੀ ਅਸੀਂ ਵੈਲਿਊ ਅਬਜ਼ਰਵ ਕੀਤੀ ਤੇ ਜਿਹੜੀ ਆਉਣੀ ਚਾਹੀਦੀ ਸੀ, ਜਿਹੜਾ ਉਹਨਾਂ ਦੋਵਾਂ ਦਾ ਡਿਫਰੈਂਸ ਹੈ ਬੇਟੇ, ਉਹਨੂੰ ਅਸੀਂ ਕੀ ਕਹਿੰਦੇ ਆ ਐਰਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਜੇ ਮੰਨ ਲਓ ਆਪਾਂ ਐਗਜ਼ਾਮਪਲ ਲਈਏ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਆਫ ਦੀ ਅਰਥ ਹੈ, ਜਿਹੜੀ ਅਸੀਂ ਵੈਲਿਊ ਲੈ ਕੇ ਚੱਲਦੇ ਹਾਂ, ਜਿਹੜੀ ਸਾਨੂੰ ਪਤਾ ਉਹ ਹੈਗੀ 9.8 ਮੀਟਰ ਪਰ ਸੈਕਿੰਡ ਸਕੁਅਰ। ਕਿੰਨੀ ਵੈਲਿਊ ਹੈ? 9.8 ਮੀਟਰ ਪਰ ਸੈਕਿੰਡ ਸਕੁਅਰ। ਮੰਨ ਲਓ ਤੁਸੀਂ ਐਕਸਪੈਰੀਮੈਂਟ ਕੀਤਾ, ਤੁਹਾਡੀ ਐਕਸਪੈਰੀਮੈਂਟ ਦੇ ਵਿੱਚ ਕੈਲਕੂਲੇਟਡ ਵੈਲਿਊ ਆਈ ਮੰਨ ਲਓ 9.4। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਐਰਰ ਕਿੰਨਾ ਆ ਗਿਆ? ਟਰੂ ਵੈਲਿਊ 9.8 ਮਾਈਨਸ ਅਬਜ਼ਰਵਡ ਵੈਲਿਊ 9.4। ਇਹਦਾ ਮਤਲਬ ਇੱਥੇ ਕੀ ਆ ਗਿਆ? ਪਲੱਸ 0.4। ਇਹ ਆਪਣੇ ਕੋਲ ਕੀ ਆ ਗਿਆ ਬੇਟੇ? ਐਰਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਇਹਨੂੰ ਜਿਹੜਾ ਐਰਰ ਸਾਡੇ ਕੋਲ ਆਉਂਦਾ ਅਸੀਂ ਇਸ ਸਿੰਬਲ ਨਾਲ ਅਸੀਂ ਇਹਨੂੰ ਡਿਨੋਟ ਕਰਦੇ ਹਾਂ, ਇਹਨੂੰ ਕਹਿੰਦੇ ਡੈਲਟਾ। ਕੀ ਕਹਿੰਦੇ ਬੇਟੇ ਇਹਨੂੰ ਆਪਾਂ? ਡੈਲਟਾ। ਡੈਲਟਾ ਜਿਵੇਂ ਮੰਨ ਲਓ ਕੋਈ ਫਿਜ਼ੀਕਲ ਕੋਈ ਵੈਲਿਊ A ਹੈ ਤਾਂ ਡੈਲਟਾ A ਦਾ ਮਤਲਬ ਕੀ ਹੈ? ਐਰਰ ਇਨ A। ਡੈਲਟਾ B ਹੈ ਤਾਂ ਇਹਦਾ ਮਤਲਬ ਕੀ ਹੈ? ਐਰਰ ਇਨ B। ਇੱਕ ਵਾਰ ਇਹਨੂੰ ਸਮਝ ਲਓ, ਆਪਾਂ ਹੋਰ ਜ਼ਿਆਦਾ ਇਹਨੂੰ ਰਿਫਾਈਨ ਕਰਦੇ ਜਾਵਾਂਗੇ ਅੱਗੇ ਜਾ ਕੇ ਡੈਫੀਨੇਸ਼ਨਸ ਨੂੰ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਵਾਟ ਇਜ਼ ਐਰਰ? ਐਰਰ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਕਿ ਨਹੀਂ ਹੋਗੀ ਬੇਟੇ? ਠੀਕ ਹੈ ਜੀ। ਠੀਕ ਹੈ, ਅੱਗੋਂ ਆਪਾਂ ਕਰਦੇ ਹਾਂ ਟਾਈਪਸ ਆਫ ਐਰਰ। ਟਾਈਪਸ ਆਫ ਐਰਰ। ਐਰਰ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ? ਐਰਰ ਦੀ ਪਹਿਲੀ ਟਾਈਪ ਹੈ ਕਾਂਸਟੈਂਟ ਐਰਰ। ਸੈਕੰਡ ਆਪਣੇ ਕੋਲ ਹੈ ਬੇਟੇ
सिस्टमैटिक एरर, ठीक है जी, सिस्टमैटिक एरर। थर्ड ਜਿਹੜੀ ਆਪਣੇ ਕੋਲ ਹੈਗੀ ਹੈ ਉਹ ਹੈਗੀ ਰੈਂਡਮ ਐਰਰ। ਰੈਂਡਮ ਐਰਰ, ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਟਾਈਪਸ ਆਫ ਐਰਰ, देयर आर बेसिकली 3 टाइप्स ऑफ द एरर। एक होर ਆਪਾਂ ਕਹਿ ਸਕਦੇ ਹਾਂ ਗ੍ਰॉस एरर। ठीक है जी, टाइप्स ਕਿਹੜੀਆਂ कांस्टेंट एरर, सिस्टमैटिक एरर, रैंडम एरर ਤੇ ग्रॉस एरर। क्लियर होया कि नहीं होया? ਇੱਥੇ ਲਿਖ ਲਓ ग्रॉस एरर। ठीक है जी, ਜਿਹੜੀ ਸਿਸਟਮੈਟਿਕ ਐਰਰ ਹੈ ਇਹਨੂੰ ਅੱਗੋਂ ਅਸੀਂ ਫਿਰ ਦੋ ਚਾਰ ਟਾਈਪਸ ਦੇ ਵਿੱਚ ਅਸੀਂ ਇਹਨੂੰ ਡਿਵਾਈਡ ਕਰ ਸਕਦੇ ਹਾਂ। ਕਿਹੜੀਆਂ ਦੇਖੋ, देखो बेटे ਜਿਹੜੀ ਸਿਸਟਮੈਟਿਕ ਐਰਰ ਹੈ ਇਟ ਕੈਨ ਬੀ ਫਰਦਰ ਸਬ ਡਿਵਾਈਡਡ ਇਨਟੂ ਕਿਹੜੀਆਂ ਐਰਰ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਜਾ ਸਕਦਾ। ਜਿਹੜੀ ਆਪਣੇ ਕੋਲ ਆ ਗਈ ਇਨਸਟਰੂਮੈਂਟਲ ਐਰਰ, ਪਹਿਲੀ ਆਪਣੇ ਕੋਲ ਕੀ ਆ ਗਈ ਬੇਟੇ? ਹਾਂਜੀ, इंस्ट्रूमेंटल एरर। ठीक है जी, सैकंड अपने को आ गई ऑब्जर्वेशनल एरर। इनू आप ये भी कह दें पर्सनल एरर। ठीक है जी, थर्ड अपने को आ गई इंपरफेक्शन करके, एरर ड्यू टू इंपरफेक्शन। इंपरफेक्शंस, ठीक है जी। एक आ गई एरर ड्यू टू एक्सटर्नल कॉज, एरर ड्यू टू एक्सटर्नल कॉज। ठीक है जी, ਇਹ ਸਾਰੀਆਂ ਐਰਰਸ ਹੈ ਬੇਟੇ ਇੱਕ ਦੂਸਰੇ ਨਾਲ ਰਲਦੀਆਂ ਮਿਲਦੀਆਂ ਹੀ 19 21 ਦਾ ਫਰਕ ਹੀ ਹੈ ਇਹਨਾਂ ਦੇ ਵਿੱਚ। ਫਸਟ ਆਪਾਂ ਇਨ ਜਨਰਲ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਵਾਟ ਇਜ਼ ਕਾਂਸਟੈਂਟ ਐਰਰ। देखो पहले कांस्टेंट एरर की है। कांस्टेंट का मतलब की होंगे बेटे? व्हाट इज द मीनिंग ऑफ कांस्टेंट? कांस्टेंट का मतलब की होंगे बेटे? हाँ जी, कांस्टेंट का मतलब होंगे दैट डू नॉट चेंजेस विद टाइम। क्लियर होया कि नहीं होया? क्लियर है बेटे? बेटे बोलते जाया करो। दैट डू नॉट चेंजेस विद टाइम, ये मतलब है कांस्टेंट का। इसका मतलब कांस्टेंट एरर की है? जेडी एरर हरेक बारी की रवे, सेम रवे। क्लियर होया कि नहीं होया? ठीक है जी, दी एरर, ठीक है जी, विच came out to be same every time we perform experiment। ਜਦੋਂ ਵੀ ਅਸੀਂ ਕੈਲਕੂਲੇਸ਼ਨ ਕਰੀਏ ਹਰੇਕ ਵਾਰੀ ਉਹਦੀ ਵੈਲਿਊ ਕੀ ਆਵੇ ਆਪਣੇ ਕੋਲੇ? ਸੇਮ ਆਵੇ। ਤਾਂ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਬੇਟੇ? ਕਿਹੜੀ ਐਰਰ ਕਹਿ ਦਿੰਨੇ ਆ? ਕਾਂਸਟੈਂਟ ਐਰਰ। ਕੀ ਕਹਿ ਦਿੰਨੇ ਆਪਾਂ ਉਹਨੂੰ? ਕਾਂਸਟੈਂਟ ਐਰਰ। ਠੀਕ ਹੈ ਜੀ, ਹੁਣ ਜਿਵੇਂ ਮੰਨ ਲਓ ਆਪਾਂ ਐਗਜ਼ਾਮਪਲ ਲਈਏ
ਆਪਾਂ ਕੋਈ ਮੈਜਰਮੈਂਟ ਲੈ ਰਹੇ ਹਾਂ ਵਿਦ ਦੀ ਹੈਲਪ ਆਫ ਅ ਸਕੇਲ, ਜਿਹੜਾ ਜਿਓਮੈਟਰੀ ਬਾਕਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ, ਜਿਹਨੂੰ ਆਪਾਂ ਹਾਂ ਮੀਟਰ ਸਕੇਲ ਕਹਿ ਦਿੰਦੇ ਆ ਜਾਂ ਆਪਾਂ ਉਹਨੂੰ ਸਕੇਲ ਕਹਿ ਦਿੰਦੇ ਆ। ਠੀਕ ਹੈ ਜੀ। ਮੰਨ ਲਓ ਜਿਹੜਾ ਸਕੇਲ ਹੈ ਤੁਹਾਡਾ ਜਿਹਦੇ ਨਾਲ ਤੁਸੀਂ ਮੈਜਰਮੈਂਟ ਲੈ ਰਹੇ ਹੋ, ਠੀਕ ਹੈ ਜੀ, ਮੰਨ ਲਓ ਫਾਲਟੀ ਹੈ, ਉਹ ਆਪਣੇ ਕੋਲ ਕੀ ਹੈ, ਫਾਲਟੀ। ਫਾਲਟੀ ਦਾ ਮਤਲਬ ਕੀ ਹੈ, ਥੋੜਾ ਜਿਹਾ ਮੰਨ ਲਓ ਟੁੱਟਿਆ ਹੋਇਆ, ਇੱਥੋਂ ਆਪਣੇ ਕੋਲ ਸ਼ੁਰੂ ਹੁੰਦਾ ਸੀ 1 2 3 4 5, ਇਸ ਤਰ੍ਹਾਂ ਸੀ ਨਾ, 1 2 3 4 5, 5 ਤੇ ਇੱਥੇ ਆ ਜਾਂਦਾ ਸੀ 1 ਸੈਂਟੀਮੀਟਰ। ਮੰਨ ਲਓ ਇਹ ਅੱਗੋਂ ਇੰਨਾ ਟੁੱਟਿਆ ਹੋਇਆ ਹੈ, ਜਿਹੜਾ ਆਪਾਂ ਆ ਵੈਲਿਊ ਲੈ ਰਹੇ ਹਾਂ, ਮੰਨ ਲਓ ਆ ਵੈਲਿਊ ਇਹਦੇ 'ਚ ਹੈ ਨਹੀਂ, ਵੈਲਿਊ ਕੀ ਹੈ ਇੱਥੋਂ, ਬ੍ਰੋਕਨ ਪਾਰਟ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ, ਇਹ ਆਪਣੇ ਕੋਲ ਕੀ ਹੈ, ਫਾਲਟੀ ਵੈਲਿਊ ਹੈ, ਇਹ ਪਾਰਟ ਆਪਣੇ ਕੋਲ ਕੀ ਹੈ, ਬ੍ਰੋਕਨ ਹੈ। ਇਹਦਾ ਮਤਲਬ ਜਦੋਂ ਤੁਸੀਂ ਵੈਲਿਊ ਇਹਦੇ ਨਾਲ ਮੈਜਰ ਕਰੋਗੇ, ਮੰਨ ਲਓ ਤੁਸੀਂ ਮੈਜਰ ਕਰਨਾ ਹੈ 7 ਸੈਂਟੀਮੀਟਰ, ਤਾਂ ਕਿੰਨਾ ਮੈਜਰ ਕਰੂਗਾ ਇਹ 6.9 ਸੈਂਟੀਮੀਟਰ ਮੈਜਰ ਕਰੂਗਾ। ਕਿੰਨਾ ਮੈਜਰ ਕਰੂਗਾ ਬੇਟੇ, ਕਿਉਂਕਿ ਇੱਕ ਪੁਆਇੰਟ ਤਾਂ ਉਹਦੇ ਵਿੱਚ ਘੱਟ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ, ਇਹਦਾ ਮਤਲਬ ਕੋਈ ਵੀ ਤੁਸੀਂ ਕੈਲਕੂਲੇਸ਼ਨ ਕਰੋਗੇ, ਇਹਦਾ ਮਤਲਬ ਜੇ ਇੱਥੇ ਅਸੀਂ ਐਰਰ ਕੈਲਕੂਲੇਟ ਕਰੀਏ, ਟਰੂ ਵੈਲਿਊ ਕਿੰਨੀ ਸੀ 7 ਮਾਈਨਸ ਅਬਜ਼ਰਵਡ ਵੈਲਿਊ ਕਿੰਨੀ ਹੈ 6.9, ਇਹਦਾ ਮਤਲਬ ਐਰਰ ਕੀ ਹੈ 0.1। ਕਲੀਅਰ ਹੋਇਆ ਕਿ ਨਹੀਂ, ਮੰਨ ਲਓ ਤੁਸੀਂ ਉਸ ਤੋਂ ਬਾਅਦ ਮੰਨ ਲਓ 10 ਸੈਂਟੀਮੀਟਰ ਨੂੰ ਮੈਜਰ ਕੀਤਾ ਤਾਂ ਉਹਦੀ ਵੈਲਿਊ ਕਿੰਨੀ ਆਊਗੀ 9.9 ਆਊਗੀ, ਤਾਂ ਐਰਰ ਕਿੰਨਾ ਆਇਆ 0.1। ਠੀਕ ਹੈ ਜੀ। ਮੰਨ ਲਓ ਤੁਸੀਂ 15 ਸੈਂਟੀਮੀਟਰ ਮੈਜਰ ਕੀਤਾ ਤਾਂ ਉਹਦੀ ਵੈਲਿਊ ਕਿੰਨੀ ਆਊਗੀ 14.9, ਐਰਰ ਕਿੰਨੀ ਆਈ 0.1। ਇਹਦਾ ਮਤਲਬ ਐਵਰੀ ਟਾਈਮ ਆਪਣੇ ਕੋਲ ਕੀ ਵੈਲਿਊ ਆਫ ਦੀ ਐਰਰ ਕੀ ਹੈ, ਸੇਮ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਸਮਝ ਲੱਗੀ ਕਿ ਨਹੀਂ ਲੱਗੀ। ਇਸ ਤਰ੍ਹਾਂ ਦੀ ਐਰਰ ਨੂੰ ਆਪਾਂ ਕੀ ਕਹਿੰਦੇ ਆ, ਕਾਂਸਟੈਂਟ ਐਰਰ। ਇਟ ਇਜ਼ ਜਨਰਲੀ ਡਿਊ ਟੂ ਇੰਸਟਰੂਮੈਂਟ। ਜਿਵੇਂ ਹੁਣ ਆਪਾਂ ਅਗਲੇ ਦੇ ਵਿੱਚ ਜਾ ਕੇ ਇੰਸਟਰੂਮੈਂਟਲ ਐਰਰ ਕਰਨਾ, ਤੇ ਇਹ ਵੀ ਆਲਮੋਸਟ ਉਹੀ ਹੈ, ਤਾਂ ਕਰਕੇ ਇਹਦੇ ਵਿੱਚ ਓਵਰਲੈਪਿੰਗ ਤੁਹਾਨੂੰ ਨਜ਼ਰ ਆਊਗੀ। ਇਹਦਾ ਮਤਲਬ ਕਾਂਸਟੈਂਟ ਐਰਰ ਕਾਦੇ ਕਰਕੇ ਹੁੰਦੀ ਹੈ ਜ਼ਿਆਦਾਤਰ, ਕਾਂਸਟੈਂਟ ਐਰਰ ਇਜ਼ ਮੋਸਟਲੀ ਡਿਊ ਟੂ इंस्ट्रूमेंट और ਫਾਲਟੀ ਡਿਵਾਈਸ ਆਫ ਮੈਜਰਮੈਂਟ। ਜਿਹੜਾ ਵੀ ਤੁਸੀਂ ਡਿਵਾਈਸ ਯੂਜ਼ ਕਰ ਰਹੇ ਹੋ ਮੈਜ਼ਰਮੈਂਟ ਲੈਣ ਦੇ ਲਈ, ਉਹ ਖਰਾਬ ਹੈ। ਤੇ ਐਰਰ ਨੂੰ ਰਿਡਿਊਸ ਕਿਵੇਂ ਕੀਤਾ ਜਾ ਸਕਦਾ ਹੈ, ਕਿਵੇਂ ਰਿਡਿਊਸ ਕੀਤਾ ਜਾ ਸਕਦਾ ਬੇਟੇ, ਹਾਂਜੀ, ਕਾਂਸਟੈਂਟ ਐਰਰ ਨੂੰ ਕਿਵੇਂ ਰਿਡਿਊਸ ਕੀਤਾ ਜਾ ਸਕਦਾ ਹੈ, ਡਿਵਾਈਸ ਚੇਂਜ ਕਰਕੇ। ਕਿਵੇਂ ਕੀਤਾ ਜਾ ਸਕਦਾ, ਬਾਏ, ਹਾਂਜੀ, ਬਾਏ ਚੇਂਜਿੰਗ ਦੀ ਫਾਲਟੀ ਡਿਵਾਈਸ। ਕਲੀਅਰ ਹੋਇਆ ਕਿ ਨਹੀਂ ਹੋਇਆ, ਐਰਰ ਕੈਨ ਬੀ ਰਿਡਿਊਸਡ। ਐਰਰ ਨੂੰ ਕੀ ਕੀਤਾ ਜਾ ਸਕਦਾ ਹੈ, ਘਟਾਇਆ ਜਾ ਸਕਦਾ ਹੈ। ਪਹਿਲਾ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ, ਕਾਂਸਟੈਂਟ ਐਰਰ। ਸੈਕਿੰਡ ਦੇਖੋ, ਸੈਕਿੰਡ ਕਿਹੜੀ ਸੀ, ਸਿਸਟਮੈਟਿਕ ਐਰਰ। ਸੈਕਿੰਡ ਕੀ ਹੈ ਬੇਟੇ ਆਪਣੇ ਕੋਲੇ, ਸਿਸਟਮੈਟਿਕ ਐਰਰ। ਸਿਸਟਮੈਟਿਕ ਐਰਰ ਕੀ ਹੈ ਬੇਟੇ, ਜਿੰਦਾ ਕੋਈ ਸਿਸਟਮ ਹੋਵੇ, ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ, ਉਹ ਇੱਕ ਸਿਸਟਮ ਦੇ ਆਧਾਰ ਤੇ ਚੱਲ ਰਹੀ ਹੈ। ਇਹਦਾ ਮਤਲਬ ਦੀ ਐਰਰ whose cause is known to us, the error whose cause is known to us। ਠੀਕ ਹੈ ਜੀ। ਸੋ ਆਪਾਂ ਕਿਹਾ it is the error whose cause is known to us।
जिंदा कारण सानू पता है, एंड इट प्रोड्यूसेस द सेम साइन, इट प्रोड्यूसेस द सेम साइन एवरी टाइम। हरेक वारी वो की करती है, सेम साइन की करती है, प्रोड्यूस करती। कहना मतलब जे पॉजिटिव है तो, जे पॉजिटिव आ रही है तो ऑलवेज की आई जाऊगी, पॉजिटिव। ਤੇ ਜੇ 네ਗੇਟਿਵ ਆ ਰਹੀ ਹੈ ਤਾਂ ਆਲਵੇਜ਼ ਕੀ ਆਈ ਜਾਊਗੀ, 네ਗੇਟਿਵ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜਿਵੇਂ ਆਪਾਂ ਕਿਹਾ ਸੀ 9.8 ਮਾਈਨਸ 9.6, ਤਾਂ ਇੱਥੇ ਵੈਲਿਊ ਕਿੰਨੀ ਆਈ ਸੀਗੀ, ਪੋਜ਼ਿਟਿਵ ਆਈ ਸੀ ਨਾ। ਜੇ ਆਪਣੀ ਵੈਲਿਊ ਐਕਚੁਅਲ 9.8 ਹੋਵੇ, ਸਾਡੀ ਕੈਲਕੂਲੇਸ਼ਨ ਚ ਆ ਜੇ 10, ਤਾਂ ਇੱਥੇ ਕੀ ਆਊਗੀ, 네ਗੇਟਿਵ 0.2। ਇਹਦਾ ਮਤਲਬ ਇੱਥੇ ਐਰਰ ਕੀ ਆਈ ਜਾਂਦੀ ਹੈ, 네ਗੇਟਿਵ। ਅੱਗੇ ਜਾ ਕੇ ਅਸੀਂ ਕਰਾਂਗੇ ਇਹਨੂੰ ਕਹਿੰਦੇ ਐਬਸੋਲੂਟ ਐਰਰ। ਡੈਲਟਾ ਨਾਲ ਜਿਹੜੀ ਅਸੀਂ ਡਿਨੋਟ ਕਰ ਰਹੇ ਸੀ, ਇੱਕ ਵਾਰੀ ਅਸੀਂ ਜਨਰਲ ਇੰਟਰੋਡਕਸ਼ਨ ਕਰ ਰਹੇ ਹਾਂ। So what is systematic error? It is the error whose cause is known to us. Cause is known to us। ਸਾਨੂੰ ਪਤਾ ਹੈ ਕਿਉਂ ਆ ਰਹੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਤੇ ਇਹਨੂੰ ਆਪਾਂ ਫਿਰ ਰਿਡਿਊਸ ਕਿਵੇਂ ਕਰਾਂਗੇ? ਹਾਊ ਟੂ ਰਿਡਿਊਸ, ਹਾਊ ਟੂ ਰਿਡਿਊਸ, ਕਿਵੇਂ ਇਹਨੂੰ ਘਟਾਈਏ? ਇਹਦਾ ਮਤਲਬ cause is known to us, cause is known to us। ਤੇ ਜੇ ਸਾਨੂੰ ਪਤਾ ਹੀ ਹੈ ਵੀ cause ਦਾ ਮਤਲਬ ਹੁੰਦਾ ਕਾਰਨ, ਸਾਨੂੰ ਕਾਰਨ ਪਤਾ ਹੈ ਵੀ ਕਿਉਂ ਹੈ, ਤਾਂ ਕਿਵੇਂ ਰਿਡਿਊਸ ਕਰਾਂਗੇ? ਬਾਈ ਐਲੀਮੀਨੇਟਿੰਗ ਦੀ cause। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ? it can be minimized, it can be minimized, ਘਟਾਈ ਜਾ ਸਕਦੀ ਹੈ by detecting the source of error, by detecting the, ਵੀ ਐਰਰ ਆ ਕਿੱਥੋਂ ਰਿਹਾ ਹੈ, ਉਹਨੂੰ ਅਸੀਂ ਕੀ ਕਰੀਏ, ਡਿਟੈਕਟ ਕਰ ਲਈਏ, ਐਂਡ eliminating the cause, and by eliminating the cause। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦੀ ਜਿਹੜੀ ਚੀਜ਼ ਆਪਾਂ ਯਾਦ ਰੱਖਣੀ, ਡੈਫੀਨੇਸ਼ਨ ਲਿਖਣ ਲੱਗਿਆ ਉਹ ਇਹ ਯਾਦ ਰੱਖਣੀ ਹੈ ਵੀ ਇਟ ਇਜ਼ ਦੀ ਐਰਰ whose cause is known to us and it produces the same sign always, it produces the same sign always। how to reduce? by detecting the source of error। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕੋਈ ਡਾਊਟ ਹੈ ਦੱਸੋ? ਸਾਰਿਆਂ ਨੂੰ ਪਤਾ ਲੱਗ ਗਿਆ ਬੇਟੇ? ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਇਹਦੀਆਂ ਟਾਈਪਸ ਕੀਤੀਆਂ ਸੀਗੀਆਂ, ਟਾਈਪਸ ਆਫ ਸਿਸਟਮੈਟਿਕ ਐਰਰ। ਇਹਦੇ ਵਿੱਚ ਪਹਿਲੀ ਕਿਹੜੀ ਕੀਤੀ ਸੀ ਬੇਟੇ? ਹਾਂਜੀ ਬੇਟੇ, ਪਹਿਲੀ ਕਿਹੜਾ ਕੀਤੀ ਸੀ ਆਪਾਂ? ਉਹਨਾਂ ਨਾਲ ਕੀ ਹੁੰਦਾ ਨਾ, ਕੈਨਸਲ ਹੋ ਜਾਂਦਾ। ਆਪਾਂ ਕਰ ਰਹੇ ਸੀ ਟਾਈਪਸ ਆਫ, ਠੀਕ ਹੈ ਜੀ, ਆਪਾਂ ਕਰ ਰਹੇ ਸੀ ਟਾਈਪਸ ਆਫ ਸਿਸਟਮੈਟਿਕ ਐਰਰ। ਇਹਦੇ ਵਿੱਚ ਜਿਹੜਾ ਫਸਟ ਅਸੀਂ ਡਿਸਕਸ ਕੀਤਾ ਸੀ ਉਹ ਆਪਣੇ ਕੋਲ ਕੀ ਸੀਗਾ? ਹਾਂਜੀ, ਇੰਸਟਰੂਮੈਂਟਲ ਐਰਰ। ਪਹਿਲਾ ਕੀ ਸੀ ਆਪਣੇ ਕੋਲ? ਇੰਸਟਰੂਮੈਂਟਲ ਐਰਰ। ਇੰਸਟਰੂਮੈਂਟਲ ਐਰਰ ਦਾ ਮਤਲਬ ਕੀ ਹੈ ਬੇਟੇ? ਉਹੀ ਫਾਲਟੀ ਡਿਵਾਈਸ। ਇੰਸਟਰੂਮੈਂਟ ਕੀ ਹੁੰਦਾ ਹੈ? the device which we are using for taking calculations। clear ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ this type of the error is occurring due to faulty device, this type of the error is occurring due to faulty device। ਠੀਕ ਹੈ ਜੀ। how to reduce?
ਕਿਵੇਂ ਰਿਡਿਊਸ ਕੀਤਾ ਜਾ ਸਕਦਾ, ਇਹਨੂੰ ਕਿਵੇਂ ਮਿਨੀਮਾਈਜ਼ ਕੀਤਾ ਜਾ ਸਕਦਾ? ਬਾਈ ਡਿਟੈਕਟਿੰਗ ਦੀ ਸੋਰਸ ਆਫ ਦੀ ਐਰਰ, ਤੇ ਸੋਰਸ ਕੀ ਹੈ? ਫਾਲਟੀ ਡਿਵਾਈਸ। ਇਹਨੂੰ ਆਪਾਂ ਕੀ ਕਰ ਦਈਏ? ਕਰੈਕਟ ਕਰ ਦਈਏ। ਇਹਨੂੰ ਆਪਾਂ ਕੀ ਕਰ ਦਈਏ? ਕਰੈਕਟ ਕਰ ਦਈਏ। ਤਾਂ ਐਰਰ ਕੀ ਹੋ ਜੂਗੀ ਬੇਟੇ? ਰਿਡਿਊਸ। ਐਰਰ ਆਪਣੇ ਕੋਲ ਕੀ ਹੋ ਜਾਏਗੀ? ਰਿਡਿਊਸ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੈਕਿੰਡ ਦੇਖੋ, ਇਹਦੇ ਵਿੱਚ ਸੀ ਪਰਸਨਲ ਐਰਰ। ਸੈਕਿੰਡ ਕਿਹੜੀ ਸੀ ਬੇਟੇ ਆਪਣੇ ਕੋਲੇ? ਪਰਸਨਲ ਐਰਰ। ਹਾਂਜੀ, ਜਾਂ ਇਹਨੂੰ ਆਪਾਂ ਕਿਹਾ ਸੀ ਆਬਜ਼ਰਵੇਸ਼ਨਲ ਐਰਰ। ਪਰਸਨਲ ਦਾ ਮਤਲਬ ਕੀ ਹੁੰਦਾ ਬੇਟੇ? ਪਰਸਨਲ, ਪਰਸਨਲ ਦਾ ਮਤਲਬ ਹੁੰਦਾ ਰਿਲੇਟਡ ਟੂ ਦੀ ਪਰਸਨ। ਠੀਕ ਹੈ ਜੀ। ਆਪਾਂ ਕਹਿ ਦਿੰਨੇ ਆ ਵੀ ਜਿਵੇਂ ਮੰਨ ਲਓ ਕੋਈ ਗੱਲ ਕਿਸੇ ਨੂੰ ਨਾ ਦੱਸਣੀ ਹੋਵੇ ਤਾਂ ਆਪਾਂ ਕਹਿ ਦਿੰਨੇ ਆ ਯਾਰ ਮੇਰੀ ਪਰਸਨਲ ਗੱਲ ਹੈ, ਮੇਰੇ ਨਾਲ ਰਿਲੇਟਡ ਹੈ। ਠੀਕ ਹੈ ਜੀ। ਪਰਸਨਲ ਦਾ ਮਤਲਬ ਰਿਲੇਟਡ ਵਿਦ ਪਰਸਨ, ਰਿਲੇਟਡ ਵਿਦ। ਇਹਦਾ ਮਤਲਬ ਇਹ ਐਰਰ ਕਿਉਂ ਆਈ ਹੈ? ਸ਼ਰਾਰਤੀ ਬੱਚਿਆਂ ਕਰਕੇ। This type of the error may be due to the person who is not taking the calculations correctly। ਇਹਦੇ ਚ ਕੀ ਹੋ ਸਕਦਾ ਹੈ? ਜਿਹੜਾ ਪਰਸਨ ਹੈ ਉਹ ਆਪਣੇ ਕੋਲੇ ਕੀ ਹੈ? is not taking observation correctly। ਠੀਕ ਹੈ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜਿਵੇਂ ਰੀਡਿੰਗ ਲੈਣ ਲਈ ਕਿਹਾ ਗਿਆ ਹੈ ਉਹ ਉਵੇਂ ਰੀਡਿੰਗ ਨਹੀਂ ਲੈ ਰਿਹਾ, ਉਹਦੇ ਵਿੱਚ ਕੋਈ ਐਰਰ ਹੈ ਤਾਂ ਗਲਤ ਵੈਲਿਊ ਆਊਗੀ। ਸੈਕਿੰਡ, ਇਹਦੇ ਵਿੱਚ ਕੀ ਹੋ ਸਕਦਾ? ਹੋ ਸਕਦਾ ਪਰਸਨ ਨਾਲ ਰਿਲੇਟਡ ਹੈ ਤਾਂ ਹੋ ਸਕਦਾ ਉਹਦੀ ਆਈ ਸਾਈਡ ਕੀ ਹੋਵੇ? ਵੀਕ ਹੋਵੇ। ਬਰੀਕ ਵੈਲਿਊਜ਼ ਉਹਨੂੰ ਨਜ਼ਰ ਹੀ ਨਾ ਆਉਂਦੀਆਂ। ਹੁਣ ਜਿੱਥੇ 0.2 ਨਜ਼ਰ ਉਹ ਲਿਖ ਰਿਹਾ, ਹੋ ਸਕਦਾ ਉੱਤੇ 0.3 ਹੋਵੇ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਹਿੰਦਾ ਮਤਲਬ ਪਰਸਨਲ ਐਰਰ ਆਪਣੇ ਕੋਲ ਕੀ ਹੈ? ਦੀ ਐਰਰਸ ਵਿਚ ਆਰ ਕ੍ਰੀਪਿੰਗ ਇਨਟੂ ਦੀ ਪਿਕਚਰ ਡਿਊ ਟੂ ਦੀ ਪਰਸਨ, ਡਿਊ ਟੂ ਦੀ person who is performing the experiment or taking the calculations। ਠੀਕ ਹੈ। ਉਹਦੀ ਆਈ ਸਾਈਡ ਵੀਕ ਹੋ ਸਕਦੀ ਹੈ, ਉਹ ਪ੍ਰੋਪਰ ਪ੍ਰੀਕਾਸ਼ਨਸ ਨਹੀਂ ਲੈ ਰਿਹਾ ਹੋਵੇ ਜਿਹੜੀਆਂ ਦੱਸੀਆਂ ਗਈਆਂ ਹੁਣ ਐਕਸਪੈਰੀਮੈਂਟ ਕਰਨ ਲੱਗਿਆ। ਠੀਕ ਹੈ ਜੀ। ਹਰੇਕ ਤਰ੍ਹਾਂ ਦੀ ਹੋ ਸਕਦਾ ਹੈ, ਇਹਦੇ ਕਰਕੇ ਕੀ ਆ ਜੇ? ਪ੍ਰੋਬਲਮ ਆ ਜੇ। ਤਾਂ ਹਾਊ ਟੂ ਰਿਡਿਊਸ, ਇਹਨੂੰ ਘਟਾਇਆ ਕਿਵੇਂ ਜਾ ਸਕਦਾ? ਬਾਈ ਟੇਕਿੰਗ observations carefully, by taking observations clear ਹੋਇਆ ਕਿ ਨਹੀਂ ਹੋਇਆ? and by using proper precautions, precautions। clear ਹੋਇਆ ਕਿ ਨਹੀਂ ਹੋਇਆ? needed for calculations। ਠੀਕ ਹੈ। ਜਿਵੇਂ ਮੰਨ ਲਓ ਤੁਹਾਨੂੰ, ਹਾਂਜੀ, ਇਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਪਰਸਨਲ ਐਰਰ। ਨੈਕਸਟ ਆਪਣੇ ਕੋਲ ਕਿਹੜੀ ਸੀ ਬੇਟੇ? ਹਾਂ, ਐਰਰ ਡਿਊ ਟੂ ਇੰਪਰਫੈਕਸ਼ਨ। ਹੁਣ ਇਹ ਸਾਰੀਆਂ ਰਲਦੀਆਂ ਮਿਲਦੀਆਂ ਜਿਹੀਆਂ ਹੀ ਹੈ ਬੇਟੇ। ਇੰਪਰਫੈਕਸ਼ਨ ਦਾ ਮਤਲਬ ਕੀ ਹੋ ਗਿਆ? ਜਿਹੜੀ ਚੀਜ਼ ਪਰਫੈਕਟ ਨਾ ਹੋਵੇ। ਇੰਪਰਫੈਕਸ਼ਨ ਦਾ ਮਤਲਬ ਕੀ ਹੈ? ਜਿਹੜੀ ਚੀਜ਼ ਕਰੈਕਟ ਪਰਫੈਕਟ ਨਾ ਹੋਵੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਐਰਰ ਡਿਊ ਟੂ imperfections। ਇਹਦੇ ਵਿੱਚ ਕੀ ਹੈ ਬੇਟੇ? ਕਾਜ਼ ਸਾਨੂੰ ਪਤਾ ਹੁੰਦਾ ਬਟ ਫਿਰ ਵੀ ਅਸੀਂ ਉਹਨੂੰ ਰਿਮੂਵ ਨਹੀਂ ਕਰ ਸਕਦੇ। ਠੀਕ ਹੈ ਜੀ। these type of errors arise due to
imperfections, ठीक है जी, which are known to us, which are known to us but cannot be eliminated, cannot be eliminated। एग्जाम्पल देना बेटे इनकी। ਬੇਟੇ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਤਾਂ ਉੱਥੇ ਅਸੀਂ ਨਾ ਇੱਕ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਪ੍ਰੈਕਟੀਕਲ ਕਰਦੇ ਹੁੰਦੇ ਸੀ ਜੀਐਮ ਕਾਊਂਟਰ। ਕਿਹੜਾ ਐਕਸਪੈਰੀਮੈਂਟ ਕਰਦੇ ਸੀ? ਜੀਗਰ ਮੋਲਰ ਕਾਊਂਟਰ। ਇਹਦੇ ਵਿੱਚ ਕੀ ਹੁੰਦਾ ਹੈ, ਅਸੀਂ ਸੀਜ਼ੀਐਮ ਦਾ ਸੋਰਸ ਹੈ ਜਿਹੜਾ ਅਸੀਂ ਡਿਟੈਕਟਰ ਦੇ ਵਿੱਚ ਰੱਖਦੇ, ਤੇ ਉਹਦੇ ਵਿੱਚੋਂ ਰੇਡੀਏਸ਼ਨਸ ਜਾਂ ਕਹਿ ਲਓ ਵੀ ਕਾਊਂਟਿੰਗਸ ਆਉਂਦੀਆਂ ਸੀਗੀਆਂ, ਉਹਨੂੰ ਅਸੀਂ ਨੋਟ ਕਰਦੇ ਹੁੰਦੇ ਸੀ। ਬਟ ਉਹ ਕਾਊਂਟਿੰਗ ਕੀ ਸੀ ਬੇਟੇ, ਜਦੋਂ ਅਸੀਂ ਸੋਰਸ ਨਹੀਂ ਵੀ ਰੱਖਿਆ ਉਦੋਂ ਵੀ ਆਉਂਦੀਆਂ ਸੀਗੀਆਂ। ਜਦੋਂ ਸੋਰਸ ਨਹੀਂ ਰੱਖਿਆ ਸੀ ਉਦੋਂ ਵੀ ਆਉਂਦੀਆਂ ਸੀ, ਕਿਉਂਕਿ ਆਪਣੇ ਕੋਲੇ ਕੀ ਹੋ ਰਹੀ ਹੈ, ਕਾਸਮਿਕ ਸ਼ਾਵਰ। ਕੀ ਹੋ ਰਹੀ ਹੈ? ਕਾਸਮਿਕ ਸ਼ਾਵਰ। ਕਾਸਮਿਕ ਸ਼ਾਵਰ ਦਾ ਮਤਲਬ ਸੂਰਜ ਤੋਂ ਜਿਹੜੀਆਂ ਸਾਡੇ ਕੋਲੇ ਰੇਡੀਏਸ਼ਨਸ ਆ ਰਹੀਆਂ, ਜਿਹੜੀਆਂ ਆਪਣੇ ਕੋਲ ਕੀ ਹੈ ਸਨ ਤੋਂ ਕੀ ਆ ਰਹੀਆਂ, ਰੇਡੀਏਸ਼ਨਸ ਆ ਰਹੀਆਂ, ਉਹਨਾਂ ਦੇ ਵਿੱਚ ਵੀ ਕੀ ਹੈ, એનર્ਜੀ ਹੈ। ਤੇ ਇਹਨਾਂ ਨੂੰ ਵੀ ਕੀ ਕਰਦਾ ਸੀਗਾ, ਜੀਐਮ ਕਾਊਂਟਰ ਕੀ ਕਰਦਾ ਸੀ, ਡਿਟੈਕਟ ਕਰਦਾ ਸੀਗਾ। ਗੱਲ ਸਮਝੇ ਕਿ ਨਹੀਂ ਸਮਝੇ? ਹੁਣ ਆਪਾਂ ਨੂੰ ਸੋਰਸ ਦਾ ਪਤਾ ਤਾਂ ਲੱਗ ਗਿਆ ਨਾ ਵੀ ਇਹ ਐਰਰ ਕਾਦੇ ਕਰਕੇ ਆ ਰਹੀ ਹੈ, ਕਾਸਮਿਕ ਸ਼ਾਵਰ ਕਰਕੇ ਆ ਰਹੀ ਹੈ, ਪਰ ਕੀ ਅਸੀਂ ਉਹਨੂੰ ਰਿਮੂਵ ਕਰ ਸਕਦੇ ਹਾਂ? ਨਹੀਂ ਰਿਮੂਵ ਕਰ ਸਕਦੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇਹਨੂੰ ਅਸੀਂ ਮਿਨੀਮਾਈਜ਼ ਕਿਵੇਂ ਕਰ ਸਕਦੇ ਹਾਂ, ਵੀ ਅਸੀਂ ਉਹਦੀ ਐਵਰੇਜ ਵੈਲਿਊ ਨੂੰ ਕੀ ਕਰੀਏ, ਬਾय ਰਿਡਿਊਸਿੰਗ ਜਾਂ ਬਾय ਸਬਟਰੈਕਟਿੰਗ ਐਵਰੇਜ ਵੈਲਿਊ of imperfection, average value of imperfection from every reading, from every, ਇਹਦਾ ਮਤਲਬ ਜਿਹੜੀ ਵੀ ਅਸੀਂ ਰੀਡਿੰਗ ਲੈ ਰਹੇ ਹਾਂ ਉਹਦੇ ਵਿੱਚੋਂ ਅਸੀਂ ਉਨੀ ਵੈਲਿਊ ਨੂੰ ਕੀ ਕਰਦੇ ਜਾਈਏ, ਘਟਾਉਂਦੇ ਜਾਈਏ, ਤੇ ਸਾਨੂੰ ਇਹ ਪਤਾ ਹੋਵੇ ਵੀ ਇਹ ਵੈਲਿਊ ਕਿੱਥੋਂ ਆ ਰਹੀ ਹੈ, ਡਿਊ ਟੂ ਇੰਪਰਫੈਕਸ਼ਨ ਆ ਰਹੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਮੰਨ ਲਓ ਮੇਰੇ ਕੋਲ ਰੀਡਿੰਗ ਆਈ ਹੈ ਜਿਵੇਂ ਮੰਨ ਲਓ 9.8, ਠੀਕ ਹੈ ਜੀ, ਮੈਂ ਕੈਲਕੂਲੇਸ਼ਨ ਕਰ ਲਈ ਵੀ 0.2 ਹੈ ਜਿਹੜੀ ਮੇਰੇ ਕੋਲ ਕਹਿੰਦੇ ਕਰਕੇ ਆ ਰਹੀ ਹੈ, ਇੰਪਰਫੈਕਸ਼ਨ ਕਰਕੇ ਆ ਰਹੀ ਹੈ, ਕਹਿੰਦੇ ਕਰਕੇ ਆ ਰਹੀ ਹੈ, ਇੰਪਰਫੈਕਸ਼ਨ ਕਰਕੇ ਆ ਰਹੀ, ਤੇ ਮੈਂ ਇਹਨੂੰ ਰਿਡਿਊਸ ਕਰ ਦੂੰਗਾ, ਇਹਦਾ ਮਤਲਬ ਮੇਰੀ ਰੀਡਿੰਗ ਕੀ ਹੋਊਗੀ, 9.6 ਹੋਊਗੀ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਐਰਰ ਡਿਊ ਟੂ ਇੰਪਰਫੈਕਸ਼ਨ ਦਾ ਮਤਲਬ ਜਿਹੜੀ ਚੀਜ਼ ਪਰਫੈਕਟ ਨਾ ਹੋਵੇ, ਜਿੰਦਾ ਕਾਰਨ ਸਾਨੂੰ ਪਤਾ ਹੈ ਪਰ ਅਸੀਂ ਉਹਨੂੰ ਪਰਫੈਕਟ ਨਹੀਂ ਬਣਾ ਸਕਦੇ, ਠੀਕ ਹੈ ਜੀ। ਇਸ ਤਰ੍ਹਾਂ ਦੀਆਂ ਜਿਹੜੀਆਂ ਐਰਰਸ ਆ ਰਹੀਆਂ ਉਹਨੂੰ ਆਪਾਂ ਕੀ ਕਹਿੰਦੇ, ਐਰਰਸ ਡਿਊ ਟੂ ਇੰਪਰਫੈਕਸ਼ਨਸ। ਕਲੀਅਰ ਹੋਇਆ ਕਿ ਨਹੀਂ ਹੋਇਆ? ਸਾਰਿਆਂ ਨੂੰ ਪਤਾ ਲੱਗ ਗਿਆ ਬੇਟੇ? ਜਿਵੇਂ ਮੰਨ ਲਓ ਇੱਕ ਹੋਰ, ਜਿਵੇਂ ਕੈਲੋਰੀਮੀਟਰੀ। ਕੈਲੋਰੀਮੀਟਰੀ ਕੀ ਹੈ ਬੇਟੇ? ਇੱਕ ਕਾਪਰ ਦੇ ਬਰਤਨ ਦੇ ਵਿੱਚ ਆਪਾਂ ਪਾਣੀ ਲੈ ਕੇ ਉਹਨੂੰ ਆਪਾਂ ਹੀਟ ਕਰਦੇ ਆਂ, ਉਸ ਤੋਂ ਬਾਅਦ ਉਹਦਾ ਟੈਂਪਰੇਚਰ ਨੋਟ ਕਰਦੇ ਆਂ। ਕਲੀਅਰ ਹੋਇਆ ਕਿ ਨਹੀਂ ਹੋਇਆ? ਪਰ ਜਦੋਂ ਅਸੀਂ ਉਹਨੂੰ ਗਰਮ ਕਰਦੇ ਆਂ ਤਾਂ ਉਹਦੇ ਵਿੱਚੋਂ ਕੀ ਹੈ, ਭਾਫ ਬਣ ਕੇ ਹੀਟ ਹੌਲੀ ਹੌਲੀ ਬਾਹਰ ਜਾਂਦੀ ਰਹਿੰਦੀ ਹੈ, ਰੇਡੀਏਸ਼ਨ ਦੀ ਫਾਰਮ ਦੇ ਵਿੱਚ, ਸਟੀਮ ਦੀ ਫਾਰਮ ਦੇ ਵਿੱਚ। ਉਹ ਵੈਲਿਊ ਨੂੰ ਅਸੀਂ ਰੋਕ ਨਹੀਂ ਸਕਦੇ, ਉਹਦੇ ਨਾਲ ਟੈਂਪਰੇਚਰ ਲੋ ਹੁੰਦਾ, ਬਟ ਸਾਨੂੰ ਪਤਾ ਹੈ ਵੀ ਇਹ ਚੀਜ਼ ਹੈਗੀ ਹੈ, ਤਾਂ ਅਸੀਂ ਉਹਦੀ ਐਵਰੇਜ ਵੈਲਿਊ ਕੀ ਕਰ ਦਿਆਂਗੇ, ਸਬਟਰੈਕਟ ਕਰ ਦਿਆਂਗੇ। ਇੰਪਰਫੈਕਸ਼ਨ ਦਾ ਮਤਲਬ ਸਾਨੂੰ ਕਾਜ਼ ਪਤਾ ਹੈ, ਬਟ ਡਿਊ ਟੂ ਸਮ ਰੀਜ਼ਨਸ ਅਸੀਂ ਉਹ ਕਾਜ਼ ਨੂੰ ਕੀ ਨਹੀਂ ਕਰ ਸਕਦੇ, ਐਲੀਮੀਨੇਟ ਨਹੀਂ ਕਰ ਸਕਦੇ, ਇਸ ਲਈ ਉਹਦੀ ਐਵਰੇਜ ਵੈਲਿਊ ਲੈ ਕੇ ਅਸੀਂ ਉਹਨੂੰ ਕੀ ਕਰ ਦਿੰਨੇ ਆ, ਸਬਟਰੈਕਟ ਕਰ ਦਿੰਨੇ ਆ, ਜਿੰਦੇ ਨਾਲ ਸਾਡੇ ਕੋਲ ਐਰਰ ਕੀ ਹੁੰਦੀ ਹੈ, ਮਿਨੀਮਾਈਜ਼ ਹੋ ਜਾਂਦੀ। ਕਲੀਅਰ ਹੈ ਬੇਟੇ? ਨੈਕਸਟ ਵੇਖੋ ਫਿਰ, ਐਰਰ ਡਿਊ ਟੂ ਐਕਸਟਰਨਲ ਕਾਜ਼। ਐਰਰ ਡਿਊ ਟੂ ਐਕਸਟਰਨਲ ਕੀ ਹੁੰਦਾ ਬੇਟੇ? ਆਊਟਸਾਈਡ।
ਆਊਟਸਾਈਡ ਦਾ ਮਤਲਬ ਜਿਹੜਾ ਪ੍ਰੈਕਟੀਕਲ ਤੁਸੀਂ ਕਰ ਰਹੇ ਹੋ ਉਸ ਪ੍ਰੈਕਟੀਕਲ ਦੇ ਆਊਟਸਾਈਡ এনवायरमेंट ਹੈ ਜਿਹੜਾ। ਸਮਝ ਲੱਗੀ ਬੇਟੇ? ਠੀਕ ਹੈ ਜੀ। ਜਿਵੇਂ ਮੰਨ ਲਓ ਇਹਦੇ ਵਿੱਚ ਆਪਾਂ ਜਨਰਲੀ ਲੈ ਕੇ ਚੱਲਦੇ ਹਾਂ, ਜਿਵੇਂ ਪ੍ਰੈਸ਼ਰ, ਵੋਲਿਊਮ, ਟੈਂਪਰੇਚਰ, ਹਿਊਮਿਡਿਟੀ, ਇਸ ਤਰ੍ਹਾਂ ਦੇ ਫੈਕਟਰ ਹੈ ਜਿਹੜੇ ਐਟਸੈਕਟਰਾ। ਜਿਹੜੇ ਇਸ ਤਰ੍ਹਾਂ ਦੇ ਫੈਕਟਰ ਹੈ ਉਹ ਵੀ ਕੀ ਕਰ ਸਕਦੇ ਆ, ਐਕਸਪੈਰੀਮੈਂਟ ਦੇ ਵਿੱਚ ਐਰਰ ਕਾਜ਼ ਕਰ ਸਕਦੇ। ਕੀ ਕਰ ਸਕਦੇ ਆ? ਐਰਰ। ਦੇਖੋ ਬੇਟੇ ਤੁਹਾਨੂੰ ਮੈਂ ਸੌਖੀ ਜਿਹੀ ਇਹਦੀ ਐਗਜ਼ਾਮਪਲ ਦਿੰਨਾ। ਤੁਸੀਂ ਆਮ ਤੌਰ ਤੇ ਘਰ ਦੇ ਵਿੱਚ ਇੱਕ ਪ੍ਰੈਕਟੀਕਲ ਕਰਕੇ ਦੇਖਿਆ ਹੋਣਾ, ਜਦੋਂ ਆਪਣੇ ਹੇਅਰ ਕੀ ਹੁੰਦੇ ਡਰਾਈ, ਡਰਾਈ ਹੇਅਰ ਦੇ ਵਿੱਚ ਆਪਾਂ ਕੀ ਕਰਦੇ ਆ ਬੇਟੇ? ਕੌਮ, ਕੰਘੀ, ਕੰਘੀ ਨੂੰ ਜੇ ਅਸੀਂ ਰਗੜਦੇ ਆ ਡਰਾਈ ਹੇਅਰਸ ਦੇ ਵਿੱਚ ਤੇ ਉਸ ਤੋਂ ਬਾਅਦ ਕਾਗਜ਼ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਰੱਖ ਦਈਏ, ਤੇ ਜਦੋਂ ਕੌਮ ਨੂੰ ਅਸੀਂ ਉਹਦੇ ਕਲੋਜ਼ ਲੈ ਕੇ ਜਾਂਦੇ ਆ ਤਾਂ ਟੁਕੜਿਆਂ ਨੂੰ ਕੀ ਕਰਦਾ? ਆਪਦੇ ਵੱਲ ਖਿੱਚਦਾ। ਇਹ ਨਹੀਂ ਕੀਤਾ ਬੇਟੇ? ਜੇ ਨਹੀਂ ਕੀਤਾ ਤਾਂ ਕਰਕੇ ਦੇਖ ਲਿਓ। ਹੁਣ ਇਹਦਾ ਜਿਹੜਾ ਕਾਰਨ ਹੈ ਵੀ ਕਿਉਂ ਉਹ ਖਿੱਚ ਰਿਹਾ, ਉਹ ਹੈਗਾ ਫ੍ਰਿਕਸ਼ਨਲ ਇਲੈਕਟ੍ਰਿਸਿਟੀ। ਫ੍ਰਿਕਸ਼ਨਲ ਉਹਦੇ ਚ ਡਿਵੈਲਪ ਹੋ ਰਹੀ ਹੈ, ਇਹਦਾ ਮਤਲਬ ਉਹਦਾ ਕਾਜ਼, ਉਹਦੇ ਵਾਸਤੇ ਐਕਸਪੈਰੀਮੈਂਟ ਨੂੰ ਕਰਨ ਦੇ ਲਈ ਫ੍ਰਿਕਸ਼ਨ ਜ਼ਰੂਰੀ ਹੈ। ਫ੍ਰਿਕਸ਼ਨ ਕੀ ਹੈ? ਮਸਟ ਹੈ। ਜੇ ਹੇਅਰ ਡਰਾਈ ਨਹੀਂ ਹੋਣਗੇ ਤਾਂ ਪ੍ਰੈਕਟੀਕਲ ਨਹੀਂ ਹੋਊਗਾ। ਪਰ ਜੇਕਰ ਮੀਂਹ ਦੇ ਦਿਨ ਹੈ, ਜੇ ਮੀਂਹ ਦੇ ਦਿਨ ਹੈ ਤਾਂ এনवायरमेंट ਦੇ ਵਿੱਚ ਹਿਊਮਿਡਿਟੀ ਕੀ ਹੋਊਗੀ? ਨਮੀ ਕੀ ਹੋਊਗੀ? ਜ਼ਿਆਦਾ ਹੋਊਗੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? এনवायरमेंट ਦੇ ਵਿੱਚ ਹਿਊਮਿਡਿਟੀ ਕੀ ਹੋਊਗੀ? ਮੋਰ। ਤਾਂ ਇਹਦੇ ਨਾਲ ਕੀ ਹੋਊਗਾ ਬੇਟੇ? ਜਿਹੜਾ ਚਾਰਜ ਡਿਵੈਲਪ ਹੋਇਆ ਹੈ ਕੌਮ ਦੇ ਉੱਪਰ, ਉਹ ਕੀ ਕਰ ਜੂਗਾ? ਲੀਕ ਕਰ ਜੂਗਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਇੱਥੇ ਰੀਡਿੰਗ ਕੀ ਆ ਗਈ? ਐਰਰ ਆ ਗਿਆ ਰੀਡਿੰਗ ਦੇ ਵਿੱਚ। ਕਿਉਂ ਆਇਆ? ਡਿਊ ਟੂ এনवायरमेंट। ਇਹਦਾ ਮਤਲਬ ਕੁਝ ਇਸ ਤਰ੍ਹਾਂ ਦੇ ਐਰਰਸ ਵੀ ਹੁੰਦੇ ਆ ਜਿਹੜੇ ਸਾਡੇ ਕੋਲ ਕੀ ਹੈ, ਪ੍ਰੈਸ਼ਰ, ਵੋਲਿਊਮ, ਟੈਂਪਰੇਚਰ ਨਾਲ ਸਿਸਟਮ ਦੇ ਵਿੱਚ ਕੀ ਕ੍ਰੀਏਟ ਕਰ ਦਿੰਦੇ? ਐਰਰ। ਠੀਕ ਹੈ ਜੀ। ਤੇ ਇਹਨਾਂ ਨੂੰ ਫਿਰ ਆਪਾਂ ਕਿਵੇਂ ਰਿਡਿਊਸ ਕਰ ਸਕਦੇ ਹਾਂ? ਬਾਈ ਟੇਕਿੰਗ ਪ੍ਰੋਪਰ ਪ੍ਰੀਕਾਸ਼ਨਸ। ਬਾਈ ਟੇਕਿੰਗ ਪ੍ਰੋਪਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ ਸੀ ਆਪਣੇ ਕੋਲ ਕਾਂਸਟੈਂਟ ਐਰਰ। ਥਰਡ ਆਪਣੇ ਕੋਲ ਕਿਹੜੀ ਸੀ ਬੇਟੇ? ਹਾਂਜੀ ਬੇਟੇ, ਰੈਂਡਮ ਐਰਰ। ਵਾਟ ਇਜ਼ ਦ ਮੀਨਿੰਗ ਆਫ ਰੈਂਡਮ? ਰੈਂਡਮ ਦਾ ਮਤਲਬ ਜਿੰਦੇ ਵਿੱਚ ਕੋਈ ਸਿਸਟਮ ਨਾ ਹੋਵੇ, ਕਦੇ ਕਿਵੇਂ ਤੇ ਕਦੇ ਕਿਵੇਂ। ਠੀਕ ਹੈ ਜੀ। ਐਵਰੀ ਟਾਈਮ ਵੀ ਆਰ ਪਰਫਾਰਮਿੰਗ ਦੀ ਐਕਸਪੈਰੀਮੈਂਟ, ਦੀ ਐਰਰ ਕੇਮ ਆਊਟ ਟੂ ਬੀ ਡਿਫਰੈਂਟ। ਹਰੇਕ ਵਾਰੀ ਆਪਣੇ ਕੋਲ ਐਰਰ ਕਿਸ ਤਰ੍ਹਾਂ ਦੀ ਆ ਰਹੀ ਹੈ? ਡਿਫਰੈਂਟ ਆ ਰਹੀ ਹੈ। ਠੀਕ ਹੈ ਜੀ। ਇਹਨੂੰ ਆਪਾਂ ਕਹਿ ਸਕਦੇ ਹਾਂ ਚਾਂਸ ਆਫ ਐਰਰ ਵੀ ਕਹਿ ਸਕਦੇ ਹਾਂ। ਕੀ ਕਹਿ ਸਕਦੇ ਹਾਂ? ਇਹਦਾ ਕਾਜ਼ ਕੀ ਹੈ? ਨਾਟ ਨੋਨ ਟੂ ਅਸ। ਕਾਜ਼ ਆਫ ਐਰਰ ਇਜ਼ ਨਾਟ ਨੋਨ ਟੂ ਅਸ। ਸਾਨੂੰ ਪਤਾ ਨਹੀਂ ਵੀ ਕਿਉਂ। ਠੀਕ ਹੈ। ਐਵਰੀ ਟਾਈਮ ਐਰਰ ਆਪਣੇ ਕੋਲ ਕੀ ਆ ਰਹੀ ਹੈ? ਐਰਰ ਇਜ਼ ਕਮਿੰਗ ਇਨ ਅ ਡਿਫਰੈਂਟ ਅਮਾਉਂਟ। ਐਰਰ ਇਜ਼ ਕਮਿੰਗ ਇਨ ਡਿਫਰੈਂਟ ਅਮਾਉਂਟ। ਜਿਵੇਂ ਉੱਥੇ ਆਪਣੇ ਕੋਲ ਕੀ ਸੀ? ਕਾਂਸਟੈਂਟ ਦੇ ਵਿੱਚ ਸੇਮ ਸਾਈਨ ਆ ਰਹੀ ਸੀਗੀ। ਇੱਥੇ ਕੀ ਆ ਸਕਦੀ ਹੈ? ਵਿਦ ਡਿਫਰੈਂਟ ਸਾਈਨ। ਕੀ ਆ ਸਕਦੀ ਹੈ? ਵਿਦ ਡਿਫਰੈਂਟ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਤੇ ਹਾਊ ਟੂ ਰਿਡਿਊਸ? ਹਾਊ ਟੂ ਰਿਡਿਊਸ? ਹਾਊ ਟੂ ਰਿਡਿਊਸ? ਕਿਵੇਂ ਘਟਾ ਸਕਦੇ ਆ ਜਾਂ ਉਹਨੂੰ ਮਿਨੀਮਾਈਜ਼ ਕਰ ਸਕਦੇ ਆ?
बाय टेकिंग किवें कर सकते हैं बेटे, बाय टेकिंग मोर नंबर ऑफ रीडिंग्स, बाय टेकिंग मोर नंबर ऑफ रीडिंग्स या कैलकुलेशन ਜਿਹੜੀਆਂ ਆਪਾਂ ਕਰਨੀ ਹੈ ਉਹਦੇ ਵਾਸਤੇ ਕੀ ਕਰੀਏ, ਆਪਾਂ ਰੀਡਿੰਗਸ ਵੱਧ ਤੋਂ ਵੱਧ ਲਈਏ। ਜਿਵੇਂ ਮੰਨ ਲਓ ਆਪਾਂ ਕੋਈ ਵੀ ਐਕਸਪੈਰੀਮੈਂਟ ਪਰਫਾਰਮ ਕੀਤਾ, ਆਪਾਂ ਇੱਕ ਰੀਡਿੰਗ ਲਈ, ਇੱਕ ਵਾਰੀ ਉਹਨੂੰ ਮੈਜ਼ਰ ਕੀਤਾ, ਤੇ ਜੇ ਇਹਨੂੰ ਆਪਾਂ 5 ਟਾਈਮ 5 ਰੀਡਿੰਗਸ ਲਾਵਾਂਗੇ ਤਾਂ ਐਰਰ ਕੀ ਹੋ ਜੂਗੀ 1/5, ਐਰਰ ਕੀ ਹੋ ਜੂਗੀ 1/5 ਟਾਈਮ ਰਿਡਿਊਸ ਹੋ ਜੂਗੀ, 1/5 ਟਾਈਮ ਕੀ ਹੋ ਜੂਗੀ, ਰਿਡਿਊਸ ਹੋ ਜੂਗੀ। ਇਟ ਮੀਨਸ ਟੂ ਰਿਡਿਊਸ ਦੀ ਐਰਰ ਇਫ ਵੀ ਟੇਕ n ਟਾਈਮ, ਠੀਕ ਹੈ ਜੀ। ਕੈਲਕੂਲੇਸ਼ਨ ਆਪਾਂ ਕਿੰਨੇ ਟਾਈਮ ਕਰੀਏ, n ਟਾਈਮ, n ਰੀਡਿੰਗਸ ਲਈਏ ਆਪਾਂ, ਕੀ ਲਈਏ n, then error will be reduced कितने टाइम, 1/n टाइम्स, 1/n। क्लियर होया कि नहीं होया बेटे? 10th क्लास ਦੇ ਤੁਸੀਂ ਨਾ ਬੇਟੇ ਕੋਈ ਨਾ ਕੋਈ ਪ੍ਰੈਕਟੀਕਲ ਕੀਤਾ ਹੋਣਾ, ਕਿ ਕਰੋਨਾ 'ਚ ਰੁੜ ਗਿਆ, ਗਏ ਨਹੀਂ ਹੈ? ਹਾਂ ਚਲੋ, ਕੋਈ ਵੀ ਛੋਟੇ ਹੁੰਦੇ ਕਦੇ ਕੋਈ ਨਾ ਕੋਈ ਪ੍ਰੈਕਟੀਕਲ ਕੀਤਾ ਹੋਣਾ ਹੈ, ਤਾਂ ਉਹ ਪ੍ਰੈਕਟੀਕਲ ਦੇ ਵਿੱਚ ਆਪਾਂ ਆਮ ਤੌਰ ਤੇ ਕੀ ਕਰਦੇ ਆ, ਆਪਣੇ ਟੀਚਰਸ ਆਪਾਂ ਨੂੰ ਕੀ ਕਹਿੰਦੇ ਵੀ ਕਿੰਨੀਆਂ ਰੀਡਿੰਗ ਲੈਣੀਆਂ, ਘੱਟੋ ਘੱਟ 3 ਰੀਡਿੰਗਸ ਲੈਣੀਆਂ, ਇੱਕੋ ਚੀਜ਼ ਦੀਆਂ ਕਿੰਨੀਆਂ ਰੀਡਿੰਗ ਲੈਣੀਆਂ, ਕਿਉਂਕਿ ਐਰਰ ਪੋਜ਼ਿਟਿਵ ਵੀ ਹੋ ਸਕਦੀ ਹੈ, ਐਰਰ 네ਗੇਟਿਵ ਵੀ ਹੋ ਸਕਦੀ ਹੈ, ਤੇ ਐਰਰ ਜ਼ੀਰੋ ਵੀ ਹੋ ਸਕਦੀ ਹੈ। ਇਹਨਾਂ ਦਾ ਐਵਰੇਜ ਕੱਢਾਂਗੇ ਜਦੋਂ, ਤਾਂ ਐਵਰੇਜ ਕੀ ਹੋਊਗੀ, ਐਵਰੇਜ ਜਦੋਂ ਕੈਲਕੂਲੇਟ ਕਰਾਂਗੇ ਤਾਂ ਐਰਰ ਕੀ ਹੋਊਗੀ, ਘਟ ਜੂਗੀ, 1/3 ਟਾਈਮ ਹੋ ਜਾਂਦੀ ਹੈ, ਐਰਰ ਕੀ ਹੋ ਜਾਂਦੀ ਹੈ 1/3 ਟਾਈਮ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ, ਆਵਾਜ਼ ਨਹੀਂ ਠੀਕ ਹੈ ਜੀ? ਹਾਂਜੀ ਜੀ, ਇਹਦਾ ਮਤਲਬ ਇਟ ਇਜ਼ ਰੈਂਡਮ ਐਰਰ, ਦੀ ਐਰਰ ਵਿਚ ਇਜ਼ ਕਮਿੰਗ ਇਨਟੂ ਦੀ ਐਕਸਪੈਰੀਮੈਂਟ ਐਵਰੀ ਟਾਈਮ ਡਿਫਰੈਂਟਲੀ, ਠੀਕ ਹੈ ਜੀ, ਅਲੱਗ-ਅਲੱਗ ਆ ਰਹੀ ਹੈ, ਐਂਡ ਰੈਂਡਮਲੀ, ਕੋਈ ਸਿਸਟਮ ਨਹੀਂ ਹੈਗਾ ਉਹਦਾ, ਠੀਕ ਹੈ ਜੀ। ਇਟ ਮੇ ਬੀ ਪੋਜ਼ਿਟਿਵ 네ਗੇਟਿਵ, ਕਲੀਅਰ ਹੋਇਆ ਕਿ ਨਹੀਂ ਹੋਇਆ, ਐਂਡ ਕਮਿੰਗ ਬਾਈ ਡਿਫਰੈਂਟ ਅਮਾਉਂਟਸ। ਇਹਦਾ ਕਾਜ਼ ਕੀ ਹੈ, ਕਾਜ਼ ਆਫ ਦੀ ਐਰਰ ਇਜ਼ ਨਾਟ ਨੋਨ ਟੂ ਅਸ, ਤਾਂ ਕਰਕੇ ਅਸੀਂ ਉਹਨੂੰ ਰਿਡਿਊਸ ਨਹੀਂ ਕਰ ਸਕਦੇ। ਫਿਰ ਰਿਡਿਊਸ ਕਰਨ ਦਾ ਮੈਥਡ ਕੀ ਹੈ, ਵੀ ਰੀਡਿੰਗ ਕੀ ਲਓ ਵੱਧ ਤੋਂ ਵੱਧ। ਹਾਊ ਵੀ ਕੈਨ ਮਿਨੀਮਾਈਜ਼ ਦੀ ਐਰਰ ਬਾਈ ਟੇਕਿੰਗ ਮੋਰ ਨੰਬਰ ਆਫ ਰੀਡਿੰਗਸ, ਬਾਈ ਟੇਕਿੰਗ ਮੋਰ ਨੰਬਰ ਆਫ ਰੀਡਿੰਗਸ। ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਬੇਟੇ? ਲਾਸਟ ਵਾਲੀ ਐਰਰ ਕੀ ਸੀ ਬੇਟੇ? ਗ੍ਰੋਸ ਐਰਰ। ਗ੍ਰੋਸ ਐਰਰ ਵੀ ਹੈ ਜਿਹੜੀ ਨਾ, ਇਹਨੂੰ ਤੁਸੀਂ ਮੰਨ ਕੇ ਚੱਲਣਾ ਵੀ ਇਹ ਮਿਸਟੇਕਸ ਕਰਕੇ ਆਈ ਹੈ। ਕਾਹਦੇ ਕਰਕੇ ਆਈ ਹੈ? ਮਿਸਟੇਕਸ ਕੌਣ ਕਰ ਰਿਹਾ, ਪਰਸਨ ਹੀ ਕਰ ਰਿਹਾ। ਇਹਦਾ ਮਤਲਬ ਪਰਸਨਲ ਐਰਰ ਤੇ ਗ੍ਰੋਸ ਐਰਰ ਆਲਮੋਸਟ ਸੇਮ ਹੈ, ਠੀਕ ਹੈ ਜੀ। ਪਰਸਨਲ ਐਰਰ ਤੇ ਗ੍ਰੋਸ ਐਰਰ ਆਲਮੋਸਟ ਕੀ ਹੈ, ਗ੍ਰੋਸ ਐਰਰ, ਧਿਆਨ ਨਾਲ ਸਮਝਿਓ। ਗ੍ਰੋਸ ਐਰਰ, ਆਵਾਜ਼ ਆ ਰਹੀ ਹੈ ਬੇਟੇ? ਹਾਂਜੀ, ਸਹੀ ਨਹੀਂ ਆ ਰਹੀ? हिंदी आ रही है बेटे? ग्रॉस एरर की है, the error which came due to the carelessness of the experimenter, it is due to the carelessness of experimenter,
ਐਕਸਪੈਰੀਮੈਂਟਰ ਕੀ ਹੈ? ਜਿਹੜਾ ਬੰਦਾ ਐਕਸਪੈਰੀਮੈਂਟ ਪਰਫਾਰਮ ਕਰ ਰਿਹਾ ਹੈ ਉਹਦੇ ਕੇਅਰਲੈਸਨੈਸ ਕਰਕੇ ਜਾਂ ਉਹਦੀਆਂ ਮਿਸਟੇਕਸ ਕਰਕੇ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦੇ ਵਿੱਚ ਆਪਾਂ ਮੋٹے ਜਿਹੇ ਹੈਡਿੰਗ ਡਿਸਕਸ ਕਰੀਏ ਵੀ ਐਰਰ ਕਿਉਂ ਹੋ ਸਕਦੀ ਹੈ। ਤਾਂ ਫਸਟ ਹੋ ਗਿਆ ਬਾਈ ਨੈਗਲੈਕਟਿੰਗ ਦੀ ਸੋਰਸ ਆਫ ਐਰਰ। ਬਾਈ ਨੈਗਲੈਕਟਿੰਗ ਦੀ ਮਤਲਬ ਜਿਹੜੇ ਟੀਚਰ ਵੱਲੋਂ ਦੱਸੇ ਗਏ ਸੀਗੇ ਵੀ ਇਸ ਤਰ੍ਹਾਂ ਨਾਲ ਜਿਹੜੇ ਪ੍ਰੈਕਟੀਕਲ ਨੂੰ ਪਰਫਾਰਮ ਕਰਨਾ, ਇਸ ਤਰ੍ਹਾਂ ਦੀ ਐਰਰ ਆ ਸਕਦੀ ਹੈ, ਉਹਨੇ ਉਸ ਦਾ ਧਿਆਨ ਨਹੀਂ ਰੱਖਿਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੋਇਆ ਕਿ ਨਹੀਂ ਹੋਇਆ? ਸੋਰਸਿਸ ਆਫ ਐਰਰ ਜਿਹੜੇ ਦੱਸੇ ਗਏ ਸੀ ਉਹ ਟੇਕਨ ਕੇਅਰ ਨਹੀਂ ਕੀਤੇ। ਜਿਵੇਂ ਮੰਨ ਲਓ ਮੈਗਨੇਟ ਵਾਲਾ ਐਕਸਪੈਰੀਮੈਂਟ ਹੈ, 10th ਕਲਾਸ ਤੁਸੀਂ ਕੀਤਾ ਹੋਣਾ, ਉਹਦੇ ਵਿੱਚ ਆਪਾਂ ਪ੍ਰੀਕਾਸ਼ਨ ਕੀ ਦੱਸਦੇ ਹਾਂ ਵੀ ਕੋਈ ਆਇਰਨ ਦਾ ਪੀਸ ਜਾਂ ਕੋਈ ਮੈਗਨੇਟ ਜਾਂ ਮੈਗਨੈਟਿਕ ਫੀਲਡ ਕੋਲ ਨਹੀਂ ਹੋਣੀ ਚਾਹੀਦੀ। ਮੈਗਨੈਟਿਕ ਫੀਲਡ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਉਹ ਐਰਰ ਆ ਜਾਂਦੀ ਉਹਦੇ ਵਿੱਚ। ਹੁਣ ਬੱਚੇ ਆਮ ਤੌਰ ਤੇ ਕੀ ਕਰਦੇ ਆ, ਜਿਹੜਾ ਆਪਣੇ ਕੋਲ ਕੀ ਹੁੰਦਾ ਹੈ ਕੰਪਸ, ਕੰਪਸ ਵੇਖਿਆ ਕਿ ਨਹੀਂ? ਇੱਕ ਡਰਾਇੰਗ ਦੀ ਸ਼ੀਟ ਤੇ ਕਹਿੰਦੇ ਘਰੋਂ ਬਣਾ ਲਿਆਵਾਂਗੇ ਜੀ, ਉਹ ਘਰ ਲੈ ਜਾਂਦੇ ਆ ਤੇ ਸਾਹਮਣੇ ਟੀਵੀ ਚਲਾ ਲੈਂਦੇ ਆ। ਟੀਵੀ ਚਲਾ ਕੇ ਜਦੋਂ ਐਕਸਪੈਰੀਮੈਂਟ ਨੂੰ ਪਰਫਾਰਮ ਕਰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ, ਤੁਹਾਡਾ ਟੀਵੀ ਕੀ ਪ੍ਰੋਡਿਊਸ ਕਰਦਾ? ਮੈਗਨੈਟਿਕ ਫੀਲਡ। ਕੀ ਪ੍ਰੋਡਿਊਸ ਕਰਦਾ? ਮੈਗਨੈਟਿਕ ਫੀਲਡ। ਉਹ ਇਹਦੇ ਨਾਲ ਇੰਟਰੈਕਟ ਕਰਦੀ ਹੈ ਤੇ ਇੱਥੇ ਵੈਲਿਊ ਕੀ ਆ ਜਾਂਦੀ? ਗਲਤ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਦੀ ਸੋਰਸ ਆਫ ਐਰਰ which should be taken care of, ਠੀਕ ਹੈ ਜੀ। if not taken cared then error will came and that error is called the gross error। ਕਲੀਅਰ ਹੋਇਆ ਕਿ ਆਦਮੀ ਦੀ ਐਕਸਪੈਰੀਮੈਂਟਰ ਦੀ ਜਿਹੜਾ ਉਹ ਕਰ ਰਿਹਾ ਐਕਸਪੈਰੀਮੈਂਟ, ਉਹਦੀ ਗਲਤੀਆਂ ਕਰਕੇ ਜਿਹੜੀ ਆ ਰਹੀ ਹੈ। ਸੋਰਸ ਆਫ ਐਰਰ ਨੂੰ ਨੈਗਲੈਕਟ ਕੀਤਾ। ਸੈਕੰਡ ਦੇਖੋ, ਇਨਕੋਰੈਕਟ ਰੀਡਿੰਗ, ਇਨਕੋਰੈਕਟ ਰੀਡਿੰਗ ਆਫ ਇੰਸਟਰੂਮੈਂਟ ਆਫ, ਮੰਨ ਲਓ ਕੋਈ ਰੀਡਿੰਗ ਲੈਣੀ ਹੈ ਤਾਂ ਆਪਾਂ ਕਿਹਾ ਗਿਆ ਸੀਗਾ ਵੀ ਇੰਸਟਰੂਮੈਂਟ ਦੇ ਰਾਈਟ, ਮਤਲਬ ਆਈ ਹੈ ਜਿਹੜੀ ਤੁਹਾਡੀ ਐਟ ਦੀ ਟੌਪ ਹੋਣੀ ਚਾਹੀਦੀ ਹੈ, ਤੁਸੀਂ ਸਾਈਡ ਤੋਂ ਰੀਡਿੰਗ ਲਈ ਹੈ। ਮੰਨ ਲਓ ਜਿਵੇਂ ਇਹ ਹੈ, ਇੱਥੇ ਕੋਈ ਵੈਲਿਊਜ਼ ਆ ਰਹੀਆਂ ਸੀ 1 2 3, ਇਸ ਤਰ੍ਹਾਂ ਨਾਲ ਲਾਈਨ ਸੀ, ਲਾਈਨ ਨਾਲ ਲਾਈਨ ਕੋਈ ਕੋਇਨਸਾਈਡ ਕਰ ਰਹੀਆਂ ਸੀਗੀਆਂ। ਜਦੋਂ ਤੁਸੀਂ ਇਹਨੂੰ ਸਾਈਡ ਤੋਂ ਦੇਖੋਗੇ ਤਾਂ ਹੋਰ ਨਜ਼ਰ ਆਊਗਾ, ਜਦੋਂ ਟੌਪ ਤੋਂ ਦੇਖੋਗੇ ਤਾਂ ਹੋਰ ਨਜ਼ਰ ਆਊਗਾ। ਆਪਾਂ ਨੂੰ ਕਿਹਾ ਗਿਆ ਸੀਗਾ ਰੀਡਿੰਗ ਕਿੱਥੋਂ ਲੈਣੀ ਹੈ? ਟੌਪ ਤੋਂ, ਬਟ ਤੁਸੀਂ ਕਿੱਥੋਂ ਲਈ? ਸਾਈਡ ਤੋਂ। ਕਹਿੰਦਾ ਮਤਲਬ ਰੀਡਿੰਗ ਗਲਤ ਤਰੀਕੇ ਨਾਲ ਲੈਣੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਉਹਨੂੰ ਆਪਾਂ ਕੀ ਕਹਿੰਦੇ ਆ? ਇਨਕੋਰੈਕਟ ਰੀਡਿੰਗ ਆਫ ਦੀ ਇੰਸਟਰੂਮੈਂਟ। ਇਫ ਅ ਪਰਸਨ ਇਜ਼ ਟੇਕਿੰਗ ਇਨਕੋਰੈਕਟ ਰੀਡਿੰਗ ਆਫ ਦੀ ਇੰਸਟਰੂਮੈਂਟ, ਠੀਕ ਹੈ ਜੀ, ਦੈਨ ਐਰਰ ਵਿਲ ਬੀ देयर, ਤਾਂ ਕੀ ਆ ਜਾਊਗੀ? ਐਰਰ ਆ ਜਾਏਗੀ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਨੈਕਸਟ ਆਪਣੇ ਕੋਲ ਆ ਸਕਦਾ ਇੰਪ੍ਰੋਪਰ ਰਿਕਾਰਡਿੰਗ, ਇੰਪ੍ਰੋਪਰ ਰਿਕਾਰਡਿੰਗ ਆਫ ਰੀਡਿੰਗ, ਇੰਪ੍ਰੋਪਰ ਰਿਕਾਰਡਿੰਗ ਮਤਲਬ ਤੁਸੀਂ ਰੀਡਿੰਗ ਲਈ ਹੈ 9.6, ਪਰ ਜਦੋਂ ਤੁਸੀਂ ਕਾਪੀ ਤੇ ਲਿਖਣ ਲੱਗੇ ਤੁਸੀਂ ਲਿਖਤਾ 9.7 ਭੁਲੇਖੇ ਨਾਲ। ਕਲੀਅਰ ਹੋਇਆ ਕਿ ਨਹੀਂ ਹੋਇਆ? you have recorded the value which is 9.6, but while writing on the copy by mistake you have written 9.7, so it will give rise to what is called the personal error। ਇਹਦਾ ਮਤਲਬ ਤੁਸੀਂ ਯਾਦ ਰੱਖਣਾ ਬੇਟੇ, ਜਿਹੜੀ ਪਰਸਨਲ ਐਰਰ ਹੈ ਉਹ ਮਿਸਟੇਕ ਕਰਕੇ ਆਈ ਹੈ। ਆਦੇ ਕਰਕੇ ਆਈ ਹੈ। ਹੁਣ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ, ਇੱਕ ਤਾਂ ਪਰਸਨ ਖੜਾ ਉੱਥੇ, ਇਹਦੀ ਕਾਪੀ ਹੈਗੀ ਹੈ ਰੀਡਿੰਗ ਲੈਣ ਵਾਸਤੇ, ਇਹਦਾ ਮਤਲਬ ਕਿ ਇੱਕ ਐਰਰ ਤਾਂ ਪਰਸਨ ਕਰਕੇ ਹੋਗੀ ਵੀ ਉਹ ਉਹਦੀ ਆਈ ਸਾਈਡ ਵਗੈਰਾ ਕਮਜ਼ੋਰ ਹੈ, ਉਹਦੇ ਕਰਕੇ ਵੀ ਹੋ ਸਕਦੀ ਹੈ। ਜਾਂ ਉਹਨੇ ਰੀਡਿੰਗ ਕੀ ਲਈ? ਗਲਤ ਰੀਡਿੰਗ ਲਈ, ਇੰਸਟਰੂਮੈਂਟ ਨੂੰ ਪ੍ਰੋਪਰ ਰੀਡ ਨਹੀਂ ਕੀਤਾ,
ਸੋਰਸ ਆਫ ਐਰਰ ਜਿਹੜੇ ਕਹੇ ਗਏ ਸੀਗੇ ਉਹਨੂੰ ਯੂਜ਼ ਨਹੀਂ ਕੀਤਾ ਤੇ ਰਿਕਾਰਡ ਕਰਨ ਲੱਗਿਆ ਵੀ ਕੀ ਕੀਤਾ, ਰੀਡਿੰਗ ਗਲਤ ਲੈ ਲਈ। ਤੇ ਸਾਰੇ ਕਰਨਾ ਕਰਕੇ ਕੀ ਆ ਜੂਗੀ ਬੇਟੇ, ਐਰਰ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਸਾਰਿਆਂ ਨੂੰ ਕਿ ਨਹੀਂ ਬੇਟੇ? ਚਲੋ ਠੀਕ ਹੈ ਬੇਟੇ, ਫਿਰ ਅੱਜ ਦਾ ਟੌਪਿਕ ਇਹੀ ਹੈ, ਐਰਰ। ਐਰਰ ਬਾਰੇ ਬੇਟੇ ਤੁਸੀਂ ਰੀਡ ਕਰ ਲਿਓ, ਤੁਹਾਨੂੰ ਨੋਟਸ ਸੈਂਡ ਕੀਤੇ ਹੋਏ ਆ, ਉਹਨਾਂ ਦੇ ਵਿੱਚੋਂ ਪ੍ਰੋਪਰਲੀ ਉਹਨੂੰ ਰੀਡ ਕਰ ਲਿਓ। ਜੇ ਕੋਈ ਡਾਊਟ ਹੋਇਆ ਤਾਂ ਗਰੁੱਪ ਦੇ ਵਿੱਚ ਮੈਨੂੰ ਮੈਸੇਜ ਪਾ ਦਿਓ, ਠੀਕ ਹੈ, ਆਪਾਂ ਉਹਦੇ ਬਾਰੇ ਡਿਸਕਸ ਕਰ ਲਾਂਗੇ। ਠੀਕ ਹੈ ਬੇਟੇ, ਥੈਂਕਸ ਐਂਡ ਹੈਵ ਅ ਨਾਈਸ ਡੇ।